सतनाम श्री वाहेगुरु साहिब जी। वडहंस महला तीजा। रतन पदारथ वणजीय है, सतगुर दिया बुझाए राम। लाहा लाभ हर भगत है, गुण मह गुणे समाए राम। रतन पदारथ वणजीय है, सतगुर दिया बुझाए राम। लाहा लाभ हर भगत है, गुण मह गुणे समाए राम। गुण मह गुणे समाए, जिस आप बुझाए। लाहा भगत सारे, बिन भगत सुख न होए। दूजे पत खोए, गुरमत नाम आधारे। वखर नाम सदा लाभ है, जिसनो एत व्यापार लाए। रतन पदारथ वणजीय है, जान सतगुर दे बुझाए। माया मोह सब दुख है, खोटा एहो व्यापारा राम। कूड़ बोल बिख खावणे, बहु वध है विकारा राम। बहु वध है विकारा, सहसा एहो संसारा। बिन नावै पत खोए, पढ़ पढ़ पंडित वाद वखाण है। बिन बूझे सुख न होए, आवण जाना कदे न चूकै। माया मोह प्यारा, माया मोह सब दुख है। खोटा एहो व्यापारा, खोटे खरे सब परखियन। तित सच्चे कै दरबारा राम। खोटे दरगह सुटियन, ऊपे करन पुकारा राम। ऊपे करन पुकारा मुगद गवारा। मन मुख जन मंगवाया, बिखया माया जिन जगत भुलाया। साचा नाम ना पाया, मन मुख संता नाल वैर कर। दुख खट्टे संसारा, खोटे खरे परखियन। तित सच्चा दरबारा राम। आप करे किस आखिया, और करना किछो न जाए राम। जित भावै तित लाए से,
ਜਿਉ ਤਿਸ ਦੇ ਵਡਿਆਏ RAM, ਜਿਉ ਤਿਸ ਦੇ ਵਡਿਆਏ ਆਪ ਕਰਾਏ, ਵਰਿਆਮ ਨ ਫੂਸੇ ਕੋਏ। ਜਗ ਜੀਵਨ ਦਾਤਾ ਕਰਮ ਬਧਾਤਾ, ਆਪੇ ਬਖਸ਼ੇ ਸੋਏ। ਗੁਰ ਪ੍ਰਸਾਦੇ ਆਪ ਗਵਾਈਐ, ਨਾਨਕ ਨਾਮ ਪਤ ਪਾਏ। ਆਪ ਕਰੇ ਕਿਸ ਆਖੀਐ, ਹੋਰ ਕਰਨਾ ਕਿਛੁ ਨ ਜਾਏ। ਗੁਰ ਪ੍ਰਸਾਦੇ ਆਪ ਗਵਾਈਐ, ਨਾਨਕ ਨਾਮ ਪਤ ਪਾਏ। ਆਪ ਕਰੇ ਕਿਸ ਆਖੀਐ, ਹੋਰ ਕਰਨਾ ਕਿਛੁ ਨ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਆਦਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸਾਹਿਬ ਨੌਵੇਂ ਗੁਰਦੇਵ ਵੈਰਾਗ, ਤਿਆਗ ਤੇ ਅਨੁਰਾਗ ਦੀ ਮੂਰਤ, ਹਾਦਰ ਹੋਤ ਜਹਾਂ ਸਿਮਰੇ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਗਰੀਬ ਨਵਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਜੁੜ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਕਰ ਰਹੇ। ਕਥਾ ਕੀਰਤਨ ਸੁਖਦਾਈ। ਕਲੀ ਕਾਲ ਦੇ ਸਮੇਂ ਵਿੱਚ ਆਤਮਿਕ ਸੁਖ ਬਖਸ਼ਿਸ਼ ਕਰਨ ਵਾਲਾ ਹੈ ਗੁਰਬਾਣੀ ਦਾ ਕੀਰਤਨ ਔਰ ਗੁਰਬਾਣੀ ਦੀ ਕਥਾ। ਸਾਡੇ ਹਿਰਦਿਆਂ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਨਾ ਕੋਈ ਵਿਚਾਰ, ਸੰਕਲਪ, ਫੁਰਨਾ, ਸੰਦੇਹ ਚੱਲਦਾ ਰਹਿੰਦਾ। ਮਨ ਦੀ ਦਸ਼ਾ ਹੈ ਸੰਕਲਪ ਵਿਕਲਪ ਕਰਨੇ, ਅਨੇਕ ਪ੍ਰਕਾਰ ਦੇ ਸੰਦੇਹ ਵਿਅਕਤ ਕਰਨੇ, ਸਵਾਲਾਂ ਨੂੰ ਜਨਮ ਦੇਣਾ। ਔਰ ਉਹ ਸਾਡੀ ਜਿਹੜੇ ਹਿਰਦੇ ਵਿੱਚ ਉੱਠਣ ਵਾਲੇ ਸਵਾਲ ਨੇ, ਸੰਦੇਹ ਨੇ, ਜਦੋਂ ਅਸੀਂ ਕੀਰਤਨ ਸੁਣਦੇ ਹਾਂ ਗੁਰਬਾਣੀ ਦਾ ਜਾਂ ਕਥਾ ਸੁਣਦੇ ਹਾਂ ਤਾਂ ਸਾਡੇ ਅਨੇਕਾਂ ਸੰਦੇਹ ਨਿਰਵਿਰਤ ਹੁੰਦੇ ਚਲੇ ਜਾਂਦੇ ਨੇ। ਅਨੇਕਾਂ ਸਵਾਲਾਂ ਦੇ ਜਵਾਬ ਸਾਨੂੰ ਨਾਲ ਨਾਲ ਹੀ ਮਿਲਦੇ ਚਲੇ ਜਾਂਦੇ। ਮੈਂ ਅਕਸਰ ਬਹੁਤ ਸਾਰੇ ਜਗਿਆਸੂ ਗੁਰਮੁਖਾਂ ਦੀ ਜ਼ੁਬਾਨ ਤੋਂ, ਰਸਨਾ ਤੋਂ ਇਹ ਸੁਣਿਆ ਕਿ ਜੀ ਅਸੀਂ ਘਰ ਦੇ ਵਿੱਚ ਆਪਣੇ ਮਨ 'ਚ ਇਹ ਸਵਾਲ ਕੀਤਾ ਸੀ, ਕਥਾ ਵਿੱਚੋਂ ਸਾਨੂੰ ਇਹ ਜਵਾਬ ਅੱਜ ਹੀ ਮਿਲ ਗਿਆ। ਇਸੇ ਕਰਕੇ ਗੁਰਬਾਣੀ ਦੀ ਕਥਾ ਤੇ ਗੁਰਬਾਣੀ ਦਾ ਕੀਰਤਨ ਸੁਖ ਦੇਣ ਵਾਲਾ ਹੈ। ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਹੈ। ਉਪਰੰਤ ਰਾਗ ਵਡਹੰਸ ਚੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁਖਵਾਕ ਗ੍ਰੰਥੀ ਸਿੰਘ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਆਓ ਮਨ ਬਿਰਤੀਆਂ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀਏ।
ਇਕਾਗਰਤਾ ਬਣਾਈਏ ਤੇ ਆਖੀਏ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਰਤਨ ਪਦਾਰਥ ਵਣਜੀਐ ਹੈ, ਸਤਿਗੁਰ ਦੀਆ 부ਝਾਏ RAM। ਵਡਹੰਸ ਰਾਗ ਹੈ। ਤੀਸਰੇ ਗੁਰਦੇਵ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਕਾਨਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਹਨੈ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨ ਆਵੈ। ਅਨਮਾਨਨ ਕੋ ਮਾਨ ਨ ਮਾਨੈ, ਮਾਨ ਦਿਵਾਵੈ। ਐਸੇ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹ ਪਾਵਨ ਅੰਮ੍ਰਿਤ ਬਚਨ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕਰ ਰਹੇ ਹਨ। ਰਤਨ ਪਦਾਰਥ ਵਣਜੀਐ, ਸਤਿਗੁਰ ਦੀਆ 부ਝਾਈ RAM। ਜਿਨ੍ਹਾਂ ਨੂੰ ਸਤਿਗੁਰਾਂ ਨੇ 부ਝਾ ਦਿੱਤਾ ਹੈ। 부ਝਾਈ ਦਾ ਅਰਥ ਹੁੰਦਾ ਜਣਾਣਾ। ਗੁਰਾ ਇੱਕ ਦੇਹ 부ਝਾਈ, 부ਝਾਈ ਦਾ ਮਤਲਬ ਜਣਾਉਣਾ। ਜਿਨ੍ਹਾਂ ਨੂੰ ਸਤਿਗੁਰਾਂ ਨੇ 부ਝਾ ਦਿੱਤਾ ਹੈ, ਜਣਾ ਦਿੱਤਾ ਹੈ, ਉਹੀ ਨਾਮ ਰੂਪੀ ਕੀਮਤੀ ਰਤਨ ਪਦਾਰਥ ਨੂੰ ਵਣਜਦੇ ਨੇ, ਉਹਦਾ ਵਪਾਰ ਕਰਦੇ ਨੇ। ਵਣਜਣ ਤੋਂ ਭਾਵ ਵਿਹਾਜਦੇ ਨੇ, ਇਕੱਠਾ ਕਰਦੇ ਨੇ। ਇਕੱਠਾ ਕਰਨ ਦੀ ਪ੍ਰਵਿਰਤੀ ਮਨੁੱਖ ਅੰਦਰ ਹੈ। ਜਾਨਵਰਾਂ ਵਿੱਚ, ਪਸ਼ੂਆਂ ਵਿੱਚ ਇਹ ਬਿਰਤੀ ਦਿਸਦੀ ਨਹੀਂ, ਪਰ ਮਨੁੱਖ ਵਿੱਚ ਇਕੱਠਾ ਕਰਨ ਦੀ ਇੱਛਾ ਹੈ। ਇਕੱਠਾ ਕਰਕੇ ਰੱਖ ਲੈਣਾ। ਆਹ ਚੀਜ਼ ਹੁਣ ਆਉਣ ਵਾਲੇ ਸਮੇਂ 'ਚ ਥੁੜ ਜਾਣੀ ਆ, ਮੈਂ ਆਪਣੇ ਕੋਲ ਇਕੱਠੀ ਕਰ ਲਵਾਂ, ਕਿਤੇ ਮੈਂ ਨਾ ਰਹਿ ਜਾਵਾਂ। ਕੋਈ ਵਪਾਰੀ ਵਰਗ ਦੇ ਲੋਕ ਨੇ ਆਹ ਚੀਜ਼ ਆਉਣ ਵਾਲੇ ਸਮੇਂ 'ਚ ਘਟਣੀ ਆ, ਮੈਂ ਆਪਣੇ ਕੋਲ ਇਕੱਠੀ ਕਰਕੇ ਮੁੜ ਕੇ ਮਹਿੰਗੇ ਭਾਅ ਵੇਚੂੰ। ਤੋ ਇਕੱਠਾ ਕਰਨ ਦੀ ਬਿਰਤੀ ਮਨੁੱਖ ਅੰਦਰ ਹੈ। ਪਾਤਸ਼ਾਹ ਕਹਿੰਦੇ ਜੇ ਤੂੰ ਕੁਝ ਇਕੱਠਾ ਕਰਨਾ, ਇਕੱਤਰ ਕਰਨਾ, ਤਾਂ ਉਹ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਰੂਪੀ ਰਤਨ ਪਦਾਰਥ ਨੂੰ ਇਕੱਠਾ ਕਰ, ਇਹਨੂੰ ਵਿਹਾਜ। ਪਰ ਖਾਲਸਾ ਜੀ ਨਾਲ ਹੀ ਮਹਾਰਾਜ ਜੀ ਨੇ ਕਹਿ ਦਿੱਤਾ, ਇਹਨੂੰ ਵਿਹਾਜੇਗਾ ਉਹੀ ਜਿਹਨੂੰ ਗੁਰੂ 부ਝਾਵੇਗਾ, ਜਿਹਨੂੰ ਗੁਰੂ ਜਣਾਵੇਗਾ। ਯਾਨੀ ਕਿ ਜਿਹੜੇ ਗੁਰੂ ਦੀ ਪਨਾਹ ਵਿੱਚ ਆਉਣਗੇ, ਗੁਰੂ ਦੀ ਸ਼ਰਨ 'ਚ ਆਉਣਗੇ, ਉਹ ਬੁੱਝ ਜਾਣਗੇ। ਤੋ ਸਤਿਗੁਰਾਂ ਨੇ ਜਿਨ੍ਹਾਂ ਨੂੰ 부ਝਾਇਆ ਹੈ, ਉਹਨਾਂ ਨੇ ਇਸ ਕੀਮਤੀ ਨਾਮ ਰੂਪੀ ਰਤਨ ਨੂੰ ਵਣਜਿਆ, ਇਹਨੂੰ ਵਿਹਾਜਿਆ। ਭਾਵ ਇਸ ਨੂੰ ਆਪਣੇ ਹਿਰਦੇ ਵਿੱਚ ਅਰਾਧਿਆ ਤੇ ਧਿਆਇਆ ਹੈ। ਲਾਹਾ ਲਾਭ ਹਰ ਭਗਤ ਹੈ, ਗੁਣ ਮਹਿ ਗੁਣੇ ਸਮਾਏ RAM। ਅਸਲ ਵਿੱਚ ਜਿਹੜਾ ਲਾਹਾ ਹੈ ਨਾ, ਜਿਹਦੇ 'ਚ ਲਾਭ ਹੀ ਲਾਭ ਹੈ, ਇਹ ਵਪਾਰ ਐਸਾ ਹੈ, ਇਹਦੇ 'ਚ ਮੁਨਾਫਾ ਹੀ ਮੁਨਾਫਾ ਹੈ, ਨੁਕਸਾਨ ਕੋਈ ਨਹੀਂ। ਇਹਦੇ ਨਾਲ ਕੇਵਲ ਲਾਭ ਹੀ ਜੁੜਿਆ ਹੋਇਆ, ਲਾਹਾ ਹੀ ਜੁੜਿਆ ਹੋਇਆ। ਹਰੀ ਦੀ ਭਗਤੀ ਵਿੱਚ ਸਭ ਤੋਂ ਵੱਡਾ ਲਾਹਾ ਹੈ, ਇਹਦੇ ਵਿੱਚ ਸਭ ਤੋਂ ਵੱਡਾ ਲਾਭ ਹੈ। ਲਾਭ ਕੀ ਮਿਲਦਾ, ਕੋਈ ਪੁੱਛੇ, ਸਵਾਲ ਕਰੇ ਜੀ ਕਿਹੜਾ ਲਾਹਾ ਮਿਲਦਾ ਇਸ ਵਪਾਰ ਨੂੰ ਕੀਤਿਆਂ, ਕਿਹੜਾ ਮੁਨਾਫਾ ਹੁੰਦਾ, ਤਾਂ ਨਾਲ ਹੀ ਜਵਾਬ ਦਿੰਦੇ ਨੇ, ਗੁਣ ਮਹਿ ਗੁਣੀ ਸਮਾਏ RAM। ਜਦੋਂ ਕੋਈ ਪਰਮੇਸ਼ਰ ਦੇ ਗੁਣਾਂ ਨੂੰ ਆਰਾਧਦਾ, ਲਾਭ ਇਹ ਮਿਲਦਾ
ਕਿ ਜਿਸ ਦੇ ਗੁਣ ਗਾਉਂਦਾ ਉਸ ਗੁਣੀ ਦੇ ਵਿੱਚ ਅਭੇਦ ਹੋ ਜਾਂਦਾ, ਉਹਦੇ 'ਚ ਸਮਾ ਜਾਂਦਾ। ਇਹ ਲਾਭ ਮਿਲਦਾ। ਗੁਣੀ ਕਿਸ ਨੂੰ ਕਹਿੰਦੇ ਨੇ? ਜਿਸ ਦੇ ਗੁਣ ਨੇ ਉਹਨੂੰ ਗੁਣੀ ਕਹਿੰਦੇ ਆ। ਤੂੰ ਜਿਵੇਂ ਜਿਵੇਂ ਇਹ ਪਰਮੇਸ਼ਰ ਦੇ ਗੁਣ ਗਾਨ ਕਰਦਾ ਹੈ, ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦਾ ਹੈ, ਲਾਭ ਇਹ ਮਿਲਦਾ ਕਿ ਉਸ ਗੁਣੀ ਵਿੱਚ ਅਭੇਦ ਹੋ ਜਾਂਦਾ, ਉਸ ਗੁਣੀ ਵਿੱਚ ਸਮਾਈ ਹੋ ਜਾਂਦੀ ਹੈ। ਅਸਲੀ ਯਾਤਰਾ ਤਾਂ ਇਸੇ ਕਰਕੇ ਸਾਨੂੰ ਮਨੁੱਖੀ ਜੀਵਨ ਦੀ ਮਿਲੀ। ਪਰ ਸਾਡੀ ਇਹ ਲੰਮੀ ਯਾਤਰਾ ਜੋ ਜੁਗਾਂ ਜੁਗਾਂ ਤੋਂ ਚੱਲ ਰਹੀ ਹੈ, ਇੱਥੇ ਆ ਕੇ ਸਮਾਪਤ ਹੋ ਜਾਂਦੀ ਹੈ ਜਦੋਂ ਸਮਾਈ ਹੋ ਗਈ, ਅਭੇਦਤਾ ਹੋ ਗਈ। ਗੁਣ ਗਾਇਨ ਕਰਨ ਵਾਲੇ ਉਸ ਗੁਣੀ 'ਚ ਅਭੇਦ ਹੋ ਗਏ। ਉਸ ਗੁਣਾਂ ਦੇ ਮਾਲਕ ਵਿੱਚ, ਗੁਣਾਂ ਦੇ ਸੁਆਮੀ ਵਿੱਚ ਇੱਕ ਬਿਕ ਹੋ ਗਏ। ਗੁਣ ਮਹਿ ਗੁਣੀ ਸਮਾਏ, ਜਿਸ ਆਪ 부ਝਾਏ, ਲਾਹਾ ਭਗਤ ਸੰਸਾਰੇ। ਜਦੋਂ ਗੁਣ ਗਾਇਨ ਕਰਨ ਵਾਲੇ, ਗੁਣਾਂ ਵਿੱਚ ਰਹਿਣ ਵਾਲੇ ਉਸ ਗੁਣੀ 'ਚ ਸਮਾ ਗਏ, ਅਭੇਦ ਹੋ ਗਏ, ਉਹਨਾਂ ਨੂੰ ਹੀ ਸਤਿਗੁਰਾਂ ਨੇ ਇਹ ਖੇਡ ਬੁਝਾਈ ਹੈ, ਜਣਾਈ ਹੈ, ਔਰ ਉਹ ਇਹ ਸੰਸਾਰ ਦੇ ਵਿੱਚ ਕੇਵਲ ਪਰਮੇਸ਼ਰ ਦੀ ਭਗਤੀ ਦਾ ਲਾਹਾ ਲੈਂਦੇ ਹਨ। ਲਾਹਾ ਭਗਤ ਸਹਿ ਸਾਰੇ। ਇਹ ਸੰਸਾਰ ਦੇ ਵਿੱਚ ਕੇਵਲ ਪਰਮੇਸ਼ਰ ਦੀ ਭਗਤੀ ਦਾ ਲਾਹਾ ਪ੍ਰਾਪਤ ਕਰਦੇ ਹਨ। ਬਿਨ ਭਗਤੇ ਸੁਖ ਨ ਹੋਏ। ਬਸ ਇਹ ਜਾਣ ਲੈਣਾ ਚਾਹੀਦਾ ਕਿ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਸੁਖ ਨਹੀਂ ਹੋ ਸਕਦਾ। ਬਿਨ ਭਗਤੀ ਸੁਖ ਨਾ ਹੋਈ। ਪਰਮੇਸ਼ਰ ਦੀ ਭਗਤੀ ਕੀਤੇ ਬਿਨਾਂ ਸੁਖ ਨਹੀਂ ਹੈ। ਸੁਖ ਨਾਹੀ ਰੇ ਹਰ ਭਗਤ ਬਿਨਾਂ। ਹਰੀ ਦੀ ਭਗਤੀ ਤੋਂ ਬਿਨਾਂ ਸੁਖ ਨਹੀਂ ਹੈ। ਕਈ ਕਹਿੰਦੇ ਆ ਕੱਲਾ ਗਿਆਨ ਆਉਣਾ ਚਾਹੀਦਾ ਹੈ, ਗਿਆਨ ਨਾਲ ਹੀ ਸੁਖ ਆ ਜਾਂਦਾ। ਮੈਂ ਦੁਨੀਆ ਵਿੱਚ ਬੜੇ ਬੜੇ ਮਾਰਤੰਡ ਗਿਆਨੀ ਵੀ ਵੇਖੇ ਨੇ, ਬੜੇ ਬੜੇ ਪੜ੍ਹੇ ਲਿਖੇ ਵੀ ਵੇਖੇ ਨੇ, ਪਰ ਹਿਰਦੇ 'ਚ ਸੁਖ ਫਿਰ ਵੀ ਨਹੀਂ। ਔਰ ਜਿਨ੍ਹਾਂ ਨੂੰ ਅਨਪੜ੍ਹ ਕਿਹਾ ਜਾਂਦਾ ਵੀ ਇਹ ਕੁਝ ਵੀ ਨਹੀਂ ਪੜ੍ਹੇ, ਤਾਂ ਬਲਦ ਦੀ ਬੁੱਧੀ ਵਾਲੇ ਨੇ, ਬੈਲ ਬੁੱਧੀ ਵਾਲੇ ਨੇ, ਪ੍ਰਭੂ ਦੀ ਭਗਤੀ ਕਰਕੇ ਐਸੇ ਅਕਹਿ ਸੁਖ ਵਿੱਚ ਵਸੇ ਹੋਏ ਨੇ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕਿਉਂਕਿ ਸੁਖ ਨਿਰੰਕਾਰ ਦੀ ਭਗਤੀ ਵਿੱਚ ਹੈ। ਭਗਤੀ ਕਰਦਿਆਂ ਜਿਹੜਾ ਗਿਆਨ ਉਪਜਦਾ ਹੈ, ਉਹ ਗਿਆਨ ਗੁਰੂ ਘਰ ਵਿੱਚ ਪ੍ਰਵਾਨ ਹੈ। ਜਿਹੜਾ ਗਿਆਨ ਕੇਵਲ ਘਰੜ ਗਿਆਨ ਹੈ ਬਾਹਰ ਦਾ, ਪਰ ਨਾਲ ਭਗਤੀ ਲਵਰੇਜ਼ ਨਹੀਂ ਹੈ, ਉਹ ਗਿਆਨ ਦੀ ਗੁਰੂ ਘਰ ਵਿੱਚ ਪ੍ਰਮਾਣਿਕਤਾ ਨਹੀਂ ਹੈ। ਪਰ ਉਹੋ ਜਿਹਾ ਗਿਆਨੀ ਤਾਂ ਮਹਾਰਾਜ ਜੀ ਦੇ ਕੋਲ ਲਾਲ ਚੰਦ ਵੀ ਆਇਆ ਸੀ, ਬੜਾ ਵਿਦਵਾਨ ਸੀ, ਪੜ੍ਹਿਆ ਲਿਖਿਆ ਸੀ। ਨਾਨੂ ਪੰਡਤ ਕੋਈ ਘੱਟ ਗਿਆਨੀ ਸੀ। ਬੜੇ ਬੜੇ ਸ਼ਾਸਤਰ ਨਾਨੂ ਪੰਡਤ ਨੇ ਪੜ੍ਹੇ ਹੋਏ। ਕੁਰਸ਼ੇਤਰ ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕੋਲ ਵੀ ਇੱਕ ਬੜਾ ਵੱਡਾ ਪ੍ਰਸਿੱਧ ਗਿਆਨੀ ਪੰਡਤ ਵਿਦਵਾਨ ਆਇਆ, ਜਿਸਨੇ 2-3 ਊਂਠ ਪੋਥੀਆਂ ਦੇ, ਗ੍ਰੰਥਾਂ ਦੇ, ਧਰਮ ਪੁਸਤਕਾਂ ਦੇ ਲੱਦੇ ਹੋਏ। ਜਿੱਥੇ ਜਾਂਦਾ ਸੀ ਵੱਡੇ ਵੱਡੇ ਪੰਡਤਾਂ ਨਾਲ ਸ਼ਬਦਾਰਥ ਕਰਨੇ, ਚਰਚਾ ਕਰਨੀ, ਉਹਨਾਂ ਨੂੰ ਹਰਾ ਕੇ ਉਹਨਾਂ ਦੀਆਂ ਕਿਤਾਬਾਂ ਜਿੱਤ ਲੈਣੀਆਂ। ਪਤਾ ਲੱਗਾ ਇੱਥੇ ਗੋਇੰਦਵਾਲ ਸਾਹਿਬ ਵਿੱਚ ਵੀ ਇੱਕ ਗੁਰੂ ਰਹਿੰਦੇ ਆ, ਇਹਨਾਂ ਨਾਲ ਵੀ ਚੱਲ ਕੇ ਚਰਚਾ ਕਰੀਏ ਤੇ ਇਹਨਾਂ ਨੂੰ ਵੀ ਜਿੱਤੀਏ। ਜਦੋਂ ਸਾਹਿਬ ਦੇ ਚਰਨਾਂ ਵਿੱਚ ਆਇਆ ਤੇ ਡਾਕਟਰ ਭਾਈ ਵੀਰ ਸਿੰਘ ਸਾਹਿਬ ਲਿਖਦੇ ਨੇ ਕਿ ਮਹਾਰਾਜ ਜੀ ਨੇ ਇਹਦੇ ਵੱਲ ਵੇਖਿਆ ਕਿ ਪੰਡਤ ਆਪਣੀ ਈਰਖਾ ਦੇ ਰੰਗ ਵਿੱਚ ਔਰ ਵਿਦਿਆ ਦੇ ਮਾਣ ਵਿੱਚ ਰਚਿਆ ਮਚਿਆ ਹੋਇਆ। ਕੋਲ ਆਇਆ ਤੇ ਵੇਖਦਿਆਂ ਸਾਰ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਹੇ। ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ਵਿੱਚ ਉਹਨਾਂ ਨੂੰ ਬਿਆਨ ਕੀਤਾ ਹੈ। ਉਹ ਕਹਿੰਦੇ, ਭਰ ਕਚ ਕੋਲ ਬਨਾ ਹੱਥ ਲੀਤਾ, ਪੜਿਆ ਦੁਆਰੇ ਫਿਰਿਆ,
ਝੂਠ ਝੂਠ ਕਰ ਉਸਨੇ ਧੋਇਆ, ਜਦ ਮੁਰਸ਼ਿਦ ਮੂਹਰੇ ਧਰਿਆ। ਕਚਕੋਲ, ਕੋਲਾ, ਬਾਟਾ, ਕਹਿੰਦੇ ਦਿਮਾਗ ਇੱਕ ਕੋਲੇ ਵਾਂਗੂ ਹੀ ਹੈ ਨਾ, ਇਹਨੂੰ ਭਰ ਲਿਆ ਬਹੁਤ ਸਾਰੀ ਵਿਦਿਆ ਨਾਲ, ਕਿਤਾਬਾਂ ਨਾਲ, ਤੇ ਬਾਟਾ ਕਿੱਡਾ ਕੁ ਹੁੰਦਾ ਹੈ। ਤੇ ਬੜੇ ਬੜੇ ਪੜ੍ਹਿਆਂ ਦੇ ਦਰਵਾਜ਼ਿਆਂ ਤੇ ਫਿਰ ਕੇ ਉਹਨਾਂ ਨੂੰ ਹਰਾਇਆ, ਜਿੱਤਿਆ, ਚਰਚਾ ਕਰਕੇ। ਜਦੋਂ ਮੁਰਸ਼ਿਦ ਗੁਰੂ ਅਮਰਦਾਸ ਸਾਹਿਬ ਦੇ ਸਨਮੁਖ ਆਇਆ ਨਾ, ਉਹੀ ਭਾਂਡਾ ਜਦੋਂ ਮਹਾਰਾਜ ਜੀ ਕੋਲ ਅੱਗੇ ਰੱਖਿਆ, ਉਹ ਜਿਹੜਾ ਕਈ ਥਾਵਾਂ ਦੀ ਝੂਠ ਇਹਦੇ 'ਚ ਇਕੱਠੀ ਕੀਤੀ ਹੋਈ ਸੀ, ਤੇ ਮਹਾਰਾਜ ਜੀ ਨੇ ਆਖਿਆ ਇਹ ਤਾਂ ਝੂਠਾ ਹੈ, ਇਹ ਤਾਂ ਕਿਤਾਬੀ ਗਿਆਨ ਇਕੱਠਾ ਕਰੀ ਬੈਠਾ, ਕੁਝ ਆਪਣਾ ਗਿਆਨ ਵੀ ਹੈ। ਇੱਕਦਮ ਮਹਾਰਾਜ ਜੀ ਦੇ ਚਰਨੀ ਝੁਕ ਗਿਆ। ਯਾਨੀ ਕਿ ਕੇਵਲ ਖੁਸ਼ਕ ਗਿਆਨ ਮਹਾਰਾਜ ਜੀ ਨੂੰ ਪ੍ਰਵਾਨ ਨਹੀਂ, ਜਿਹੜਾ ਗਿਆਨ ਭਗਤੀ ਵਿੱਚ ਉਤਪੰਨ ਹੁੰਦਾ ਉਹਦੀ ਪ੍ਰਮਾਣਿਕਤਾ ਹੈ। ਤੋ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਸੁਖ ਨਹੀਂ ਹੈ, ਬਿਨ ਭਗਤੀ ਸੁਖ ਨਾ ਹੋਈ। ਹਾਂਜੀ। ਦੂਜੈ ਪਤ ਖੋਏ, ਗੁਰਮਤ ਨਾਮ ਆਧਾਰ। ਪਰਮੇਸ਼ਰ ਦੀ ਭਗਤੀ ਨੂੰ ਛੱਡ ਕੇ ਜਿਹੜੇ ਦੂਜੇ ਭਾਵ ਵਿੱਚ, ਦੁਬਦਾ ਵਿੱਚ, ਦਵੈਸ 'ਚ ਲੱਗੇ ਹੋਏ ਨੇ, ਉਹ ਲੋਕ ਆਪਣੀ ਪੱਤ ਗਵਾ ਲੈਂਦੇ ਨੇ, ਆਪਣੀ ਇੱਜ਼ਤ ਗਵਾ ਲੈਂਦੇ ਨੇ। ਦੂਜਾ ਭਾਏ ਪਤ ਖੋਈ, ਬੇਆਬਰੂ ਹੋਣਾ ਪੈਂਦਾ ਉਹਨਾਂ ਲੋਕਾਂ ਨੂੰ। ਦਾਗ ਦੋਸ ਮੋਹਿ ਚੱਲਿਆ, ਲਾਏ ਦਰਗਹ ਬੈਸਣ ਨਾਹੀ ਜਾਏ। ਦਾਗ ਦੋਸ ਮੋਹਿ ਚੱਲਿਆ ਲਾਏ, ਉਹਨਾਂ ਨੂੰ ਬੇਪਤ ਹੋਣਾ ਪੈਂਦਾ ਜਿਹੜੇ ਦੂਜੇ ਭਾਵ ਵਿੱਚ ਦੁਬਦਾ 'ਚ ਲੱਗੇ ਹੋਏ ਨੇ। ਦੂਜਾ ਭਾਏ ਪਤ ਖੋਈ, ਉਹਨਾਂ ਦੀ ਪਤ ਖੋਈ ਜਾਂਦੀ ਹੈ, ਉਹਨਾਂ ਦੀ ਪਤ ਗਵਾਚ ਜਾਂਦੀ ਹੈ। ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਭਾਈ ਜਿਹੜੇ ਗੁਰੂ ਕੀ ਮੱਤ ਲੈਣ ਵਾਲੇ ਨੇ, ਉਹਨਾਂ ਦੇ ਹਿਰਦਿਆਂ ਵਿੱਚ ਨਾਮ ਦਾ ਆਧਾਰ ਹੈ, ਨਾਮ ਦਾ ਆਸਰਾ ਹੈ। ਵਖਰ ਨਾਮ ਸਦਾ ਲਾਭ ਹੈ, ਜਿਸਨੋ ਏਤ ਵਪਾਰ ਲਾਏ। ਜਿਹੜਾ ਇਹ ਨਾਮ ਦਾ ਸੌਦਾ ਨਾ, ਵੱਖਰ ਕਹਿੰਦੇ ਨੇ ਸੌਦੇ ਨੂੰ। ਚੂੜਕਾਣੇ ਦੀ ਮੰਡੀ 'ਚ ਮੇਰੇ ਸਾਹਿਬ ਦਾ ਸਥਾਨ ਹੈ, ਸੱਚਾ ਸੌਦਾ, ਖਰਾ ਸੌਦਾ। ਇੱਥੇ ਵੱਖਰ ਨਾਮ ਹੈ ਸੌਦੇ ਦਾ। ਪਰਮੇਸ਼ਰ ਦਾ ਨਾਮ ਇਹ ਖਰਾ ਸੌਦਾ ਹੈ, ਖਰਾ। ਵੱਖਰ ਨਾਮ ਸਦਾ ਲਾਭ ਹੈ, ਇਹਦੇ 'ਚ ਸਦਾ ਹੀ ਲਾਭ ਹੈ, ਇਹਦੇ 'ਚ ਮੁਨਾਫਾ ਹੀ ਮੁਨਾਫਾ ਹੈ, ਲਾਹਾ ਹੀ ਲਾਹਾ ਹੈ। ਪਰ ਇਸ ਵਪਾਰ ਵਿੱਚ ਲੱਗਦਾ ਕੌਣ ਹੈ? ਪਾਤਸ਼ਾਹ ਕਹਿੰਦੇ ਜਿਸ ਨੂੰ ਏਤ ਵਪਾਰ ਲਾਏ, ਜਿਸ ਨੂੰ ਇਸ ਵਪਾਰ ਵਿੱਚ ਉਹ ਲਾਵੇ, ਉਹੀ ਲੱਗਦਾ। ਹਰ ਇੱਕ ਇਸ ਵਪਾਰ 'ਚ ਨਹੀਂ ਲੱਗ ਸਕਦਾ। ਜਿਹਨੂੰ ਨਾਮ ਦੀ ਮਹਿਮਾ ਦਾ ਪਤਾ ਹੋਵੇਗਾ, ਨਾਮ ਦੀ ਵਡਿਆਈ ਦਾ ਪਤਾ ਹੋਵੇਗਾ, ਉਹੀ ਇਸ ਨਾਮ ਦੇ ਵਣਜ ਦੇ ਵਿੱਚ ਲੱਗੇਗਾ, ਨਹੀਂ ਤਾਂ ਨਹੀਂ ਲੱਗ ਸਕਦਾ। ਹਾਂਜੀ। ਰਤਨ ਪਦਾਰਥ ਵਣਜੀਏ ਹੈ, ਜਾਂ ਸਤਿਗੁਰ ਦੇ ਬੁਝਾਏ। ਇਹ ਰਤਨ ਪਦਾਰਥ ਹਨ, ਕੀਮਤੀ ਰਤਨ ਪਦਾਰਥ ਹਨ। ਇਹਨੂੰ ਵਣਜੀਏ, ਇਹਨੂੰ ਵਿਹਾਜੀਏ। ਪਰ ਵਿਹਾਜੇਗਾ ਕੌਣ? ਜਿਹਨੂੰ ਸਤਿਗੁਰੂ ਬੁਝਾਉਣਗੇ, ਜਿਹਦੇ ਤੇ ਸਤਿਗੁਰਾਂ ਦਾ ਤਰਸ ਹੋਵੇਗਾ, ਜਿਸ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਵਰਤੇਗੀ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹੋ ਵਪਾਰਾ ਰਾਮ। ਆ ਜਿਹੜਾ ਸੰਸਾਰੀ ਮਾਇਆ ਦਾ ਮੋਹ ਹੈ, ਇਹ ਸਭ ਦੁੱਖ ਰੂਪ ਹੈ। ਸੰਸਾਰੀ ਮਾਇਆ ਦਾ ਮੋਹ ਦੁੱਖ ਰੂਪ ਹੈ, ਦੁੱਖ ਦਿੰਦਾ ਹੈ। ਇਹਦੇ ਰਾਹੀਂ ਦੁੱਖ ਪੈਦਾ ਹੁੰਦੇ। ਮਾਇਆ ਮੋਹ ਸਭ ਦੁੱਖ ਹੈ। ਮਾਇਆ ਦਾ ਇਹ ਮੋਹ ਸਭ ਦੁੱਖ ਰੂਪ ਹੈ। ਖੋਟਾ ਇਹੋ ਵਪਾਰਾ ਰਾਮ। हे राम, हे प्यारे,
ਇਹ ਵਪਾਰ ਖੋਟਾ ਹੈ ਤੇ ਖੋਟੇ ਵਪਾਰ ਵਿੱਚੋਂ ਕਦੇ ਲਾਹਾ ਨਹੀਂ ਮਿਲਦਾ, ਮੁਨਾਫਾ ਨਹੀਂ ਪ੍ਰਾਪਤ ਹੁੰਦਾ। ਇਹ ਦੁੱਖ ਰੂਪ ਹੈ। ਕੇਵਲ ਇਸੇ ਬਣਨ 'ਚ ਹੀ ਲੱਗਾ ਹੋਇਆ ਜਿਹੜੇ ਖੋਟੇ ਵਪਾਰ ਨੇ, ਇਹਨਾਂ ਖੋਟੇ ਵਪਾਰਾਂ ਵਿੱਚੋਂ ਤੈਨੂੰ ਸੁੱਖ ਪ੍ਰਾਪਤ ਨਹੀਂ ਹੋਣਾ। ਹਾਂਜੀ, ਕੂੜ ਬੋਲ ਬਿਖ ਖਾਵਣੇ। ਫਿਰ ਜਦੋਂ ਇਹ ਦੁਨਿਆਵੀ ਵਪਾਰ ਕਰਦਾ, ਖੋਟੇ ਵਪਾਰ ਕਰਦਾ, ਖੋਟਾ ਵਪਾਰ ਕਿਹੜਾ ਜਿਹਦੇ 'ਚ ਝੂਠ ਬੋਲਿਆ ਜਾਏ, ਉਹ ਖੋਟਾ ਵਪਾਰ ਹੈ। ਹੁਣ ਕੋਈ ਆਖੇ ਜੀ ਸਾਡਾ ਕੰਮ ਵਪਾਰ ਦਾ ਹੈ, ਖਰੀਦਣਾ ਵੇਚਣਾ, ਸਾਡੀ ਤਾਂ ਇੱਕ ਕਿਰਤ ਹੈ। ਕਿਰਤ ਉਹ ਹੈ ਜਿਹਦੇ ਵਿੱਚ ਝੂਠ ਨਾ ਹੋਵੇ, ਠੱਗੀ ਨਾ ਹੋਵੇ। ਪਰ ਜਿਸ ਵਪਾਰ ਦੇ ਵਿੱਚ ਝੂਠ ਹੈ, ਕੂੜ ਹੈ, ਮਾੜਾ ਤੇ ਭੈੜਾ ਸੌਦਾ ਵਧੀਆ ਕਹਿ ਕੇ ਵੇਚਣ ਦੀ ਬਿਰਤੀ ਹੈ, ਝੂਠ ਬੋਲ ਕੇ, ਉਹ ਵਪਾਰ ਖੋਟਾ ਹੀ ਹੋਵੇਗਾ। ਤੇ ਝੂਠ ਬੋਲ ਕੇ ਵਪਾਰ ਕਰਕੇ ਜੋ ਆਉਂਦਾ ਹੈ, ਪ੍ਰਾਪਤ ਹੁੰਦਾ ਹੈ, ਮਹਾਰਾਜ ਜੀ ਇਹ ਨਾ ਸਮਝੀ ਕਿ ਤੂੰ ਰੋਟੀ ਖਾ ਰਿਹਾ। ਪਾਤਸ਼ਾਹ ਕਹਿੰਦੇ ਇਹ ਨਾ ਸਮਝੀ ਕਿ ਤੂੰ ਰੋਟੀ ਖਾ ਰਿਹਾ, ਤੂੰ ਰੋਟੀ ਨਹੀਂ ਪਿਆ ਖਾਂਦਾ, ਤੂੰ ਜ਼ਹਿਰ ਭਖ ਰਿਹਾ, ਜ਼ਹਿਰ ਖਾ ਰਿਹਾ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਦਾ ਇੱਕ ਬੜੇ ਪਿਆਰੇ ਸੇਵਕ ਹੋਏ, ਦੁਕਾਨਦਾਰ ਸੀ। ਉਸ ਸਿੱਖ ਦਾ ਨਾਂ ਪੈ ਗਿਆ ਇੱਕ ਬਚਨੀਆਂ ਸਿੱਖ। ਜਿਹੜਾ ਵੀ ਬੁਲਾਇਆ ਕਰੇ ਉਹਨੂੰ ਕਿਹਾ ਕਰਨ ਇੱਕ ਬਚਨੀਆਂ ਸਿੱਖ। ਪੁੱਛਿਆ ਮਹਾਰਾਜ ਇਹਨੂੰ ਇੱਕ ਬਚਨੀਆਂ ਸਿੱਖ ਕਿਉਂ ਕਹਿੰਦੇ ਆ ਸਾਰੇ? ਕਹਿੰਦੇ ਇਹਦੀ ਦੁਕਾਨ ਹੈ, ਉਸ ਦੁਕਾਨ ਤੇ ਕੇਵਲ ਇਹਨੇ ਇੱਕੋ ਬਚਨ ਰੱਖਿਆ ਹੋਇਆ, ਯਾਨੀ ਕਿ ਵਧਾ ਘਟਾ ਕੇ ਵੇਚਣ ਦੀ ਬਿਰਤੀ ਨਹੀਂ ਰੱਖਦਾ। ਜਿੰਨਾ ਲਿਆ ਉਹਦੇ ਵਿੱਚੋਂ ਆਪਣਾ ਖਰਚਾ ਪੂਰਾ ਕਰਕੇ ਜਿਤਨਾ ਮੁਨਾਫਾ ਚਾਹੀਦਾ ਹੈ ਉਹਨਾਂ ਲੈ ਕੇ ਇੱਕ ਬਚਨ ਕਹਿ ਕੇ ਵੇਚਦਾ ਵੀ ਇੰਨੇ ਦੀ ਲਈ ਹੈ, ਇੰਨੇ ਦੀ ਵੇਚ ਰਿਹਾ। ਇਹਦਾ ਨਾਮ ਵੀ ਇੱਕ ਬਚਨੀ ਹੈ, ਇਹ ਪ੍ਰਵਾਨ ਹੋ ਗਿਆ। ਝੂਠ ਬੋਲ ਕੇ ਕੀਤਾ ਹੋਇਆ ਵਪਾਰ, ਮਹਾਰਾਜ ਜੀ ਕਹਿੰਦੇ ਉਸ ਵਪਾਰ ਤੋਂ ਵਿਹਾਜਿਆ ਹੋਇਆ ਅੰਨ ਧਨ ਖਾ ਕੇ ਤੂੰ ਮਾਤੇ ਸਮਝੀ ਕਿ ਤੂੰ ਅੰਨ ਧਨ ਖਾ ਰਿਹਾ। ਗੁਰਦੇਵ ਕਹਿੰਦੇ ਜ਼ਹਿਰ ਖਾ ਰਿਹਾ, ਬਿਖ ਖਾਵਣ, ਜ਼ਹਿਰ ਖਾ ਰਿਹਾ, ਬਿਖ। ਔਰ ਇਸ ਬਿਖ ਨੂੰ ਖਾ ਕੇ ਤੇਰੇ ਅੰਦਰ ਵਿਕਾਰ ਵਧਣੇ ਨੇ। ਬਹੁ ਵਧੈ ਵਿਕਾਰ ਆਰਾਮ। ਕਹਿੰਦੇ ਜੀ ਦੁਕਾਨਦਾਰੀ ਹੈ, ਝੂਠ ਬੋਲਣਾ ਪੈਂਦਾ। ਬੋਲੋ ਭਾਈ ਜਿੰਨਾ ਬੋਲਿਆ ਜਾਂਦਾ, ਰੱਜ ਕੇ ਬੋਲੋ, ਕਸਰ ਨਾ ਛੱਡਿਓ, ਕਿਉਂਕਿ ਜਿੰਨਾ ਬੋਲੋਗੇ ਓਨਾ ਹੀ ਦੁੱਖ ਭੋਗੋਗੇ। ਜ਼ਹਿਰ ਖਾਣਾ ਬੱਚਿਆਂ ਨੂੰ ਵੀ ਉਹੀ ਖਵਾਣਾ। ਇਹ ਵਿਕਾਰ ਹੈ, ਇਹਦੇ ਨਾਲ ਵਿਕਾਰੀ ਹੋਵੇਗਾ ਹਿਰਦਾ, ਮਨ ਵਿਕਾਰੀ ਹੋਵੇਗਾ। ਹਾਂਜੀ, ਬਹੁ ਬਦ ਹੈ ਵਿਕਾਰ ਸਹਸਾ ਇਹੋ ਸੰਸਾਰ ਬਿਨ ਨਾਵੈ ਪਤ ਖੋਏ। ਇਹਦੇ ਨਾਲ ਵਿਕਾਰ ਵਧਣਗੇ। ਝੂਠ ਬੋਲ ਕੇ ਅਸੀਂ ਜੋ ਕੁਝ ਖਾਂਦੇ ਹਾਂ, ਵਿਹਾਜਦੇ ਹਾਂ, ਇਹ ਸਭ ਵਿਕਾਰ ਪੈਦਾ ਕਰਦੇ ਹਨ। ਤੇ ਮਹਾਰਾਜ ਜੀ ਕਹਿੰਦੇ ਭਾਈ ਇਹ ਸੰਸਾਰ ਦੇ ਵਿੱਚ ਸਹਿਸਾ ਬਣਿਆ ਰਹਿੰਦਾ, ਡਰ ਬਣਿਆ ਰਹਿੰਦਾ, ਮੇਰਾ ਝੂਠ ਫੜਿਆ ਨਾ ਜਾਏ। ਫਿਰ ਸਹਿਸਾ ਵੀ ਬਣਿਆ ਰਹਿੰਦਾ, ਕਿਤੇ ਮੇਰਾ ਝੂਠ ਉਗੜ ਨਾ ਆਵੇ, ਕਿਤੇ ਮੇਰਾ ਝੂਠ ਫੜਿਆ ਨਾ ਜਾਵੇ। ਝੂਠ ਬੋਲਣ ਤੋਂ ਬਾਅਦ ਬੰਦਾ ਸੰਤੁਸ਼ਟ ਨਹੀਂ ਹੁੰਦਾ, ਡਰ ਫਿਰ ਬਣਿਆ ਰਹਿੰਦਾ, ਮੇਰਾ ਝੂਠ ਕਿਤੇ ਪਕੜਿਆ ਨਾ ਜਾਏ। ਸੱਚ ਸੋਚਦਾ ਧਾਰਨੀ ਮਨੁੱਖ ਘਟੋ ਘੱਟ ਇਸ ਡਰ ਤੋਂ ਤਾਂ ਰਹਿਤ ਰਹਿੰਦਾ, ਬੇਫਿਕਰ ਰਹਿੰਦਾ। ਜੋ ਵਾਸਤਵਿਕਤਾ ਸੀ ਮੈਂ ਉਹ ਬਿਆਨ ਕੀਤੀ। ਇਹ ਸੰਸਾਰ ਵਿੱਚ ਝੂਠਿਆਂ ਤੇ ਕੂੜਿਆਂ ਨੂੰ ਡਰ ਬਣਿਆ ਰਹਿੰਦਾ ਹੈ, ਸਹਿਸਾ ਇਹੋ ਸੰਸਾਰ ਹੈ। ਔਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਏਦਾਂ ਦੇ ਲੋਕ ਆਪਣੀ ਪੱਤ ਗਵਾ ਲੈਂਦੇ ਨੇ। ਬਿਨ ਨਾਮੈ ਪੱਤ ਖੋਈ। ਨਿਰੰਕਾਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹੋ ਜਿਹੇ ਲੋਕ ਆਪਣੀ ਪੱਤ ਗਵਾ ਲੈਂਦੇ ਨੇ, ਆਪਣੀ ਇੱਜ਼ਤ ਗਵਾ ਲੈਂਦੇ ਹਨ। ਪੜ ਪੜ ਪੰਡਤ ਵਾਦ ਵਖਾਣ ਹੈ
ਬਿਨ ਬੂਝੇ ਸੁਖ ਨ ਹੋਏ। ਦੂਜੇ ਪਾਸੇ ਬੜੇ ਬੜੇ ਵਿਦਵਾਨ ਪੜ੍ਹ ਕੇ, ਬੜੀਆਂ ਬੜੀਆਂ ਧਰਮ ਪੁਸਤਕਾਂ ਪੜ੍ਹ ਕੇ, ਬੜੇ ਬੜੇ ਵਿਦਵਾਨਾਂ ਦੇ ਗ੍ਰੰਥ ਪੜ੍ਹ ਕੇ, ਬੜੇ ਬੜੇ ਪੰਡਤ ਲੋਕ ਉਸ ਪੜ੍ਹੇ ਹੋਏ ਦਾ ਲਾਭ ਲੈਣ ਦੀ ਬਜਾਏ ਬਹਿਸਬਾਜ਼ੀਆਂ ਕਰਦੇ ਨੇ, ਵਿਵਾਦ ਕਰਦੇ ਨੇ, ਝਗੜਦੇ ਨੇ। ਵਾਦ ਵਖਾਣਾ ਦਾ ਮਤਲਬ, ਵਾਦ ਦਾ ਮਤਲਬ ਹੁੰਦਾ ਲੜਾਈ ਝਗੜਾ ਕਰਨਾ। ਅੱਜ ਜਿੰਨੇ ਪੜ੍ਹੇ ਲਿਖੇ ਲੋਕ ਆਪਸ ਵਿੱਚ ਬਹਿਸਦੇ ਵੇਖੇ ਜਾਂਦੇ ਨੇ, ਹੈਰਾਨੀ ਹੁੰਦੀ ਹੈ। ਮੇਰਾ ਗਿਆਨ ਸਹੀ ਹੈ ਜੋ ਮੈਂ ਪੜ੍ਹਿਆ, ਦੂਜਾ ਕਹਿੰਦਾ ਮੇਰਾ ਗਿਆਨ ਸਹੀ ਹੈ, ਤੀਜਾ ਕਹਿੰਦਾ ਮੈਂ ਸਹੀ। ਜਦੋਂ ਆਪਣੇ ਆਪ ਨੂੰ ਸਹੀ ਠਹਿਰਾ ਕੇ ਕਿਸੇ ਦੂਸਰੇ ਨੂੰ ਗਲਤ ਸਾਬਤ ਕੀਤਾ ਜਾਂਦਾ, ਉੱਥੇ ਫਿਰ ਵਾਦ ਪੈਦਾ ਹੁੰਦਾ, ਵਿਵਾਦ ਪੈਦਾ ਹੁੰਦਾ, ਝਗੜਾ ਪੈਦਾ ਹੁੰਦਾ। ਬੜੇ ਬੜੇ ਪੰਡਤ ਪੜ੍ਹ ਕੇ ਵਾਦ ਵਖਾਣਦੇ ਨੇ। ਉਹ ਲੋਕ ਨੇ ਜਿਨ੍ਹਾਂ ਨੇ ਵਿਦਿਆ ਪੜ੍ਹੀ, ਪਰ ਵਿਦਿਆ ਪੜ੍ਹਨ ਤੋਂ ਬਾਅਦ ਉਸ ਵਿਦਿਆ ਦੇ ਇਲਮ ਨੂੰ ਨਹੀਂ ਜਾਣ ਸਕੇ, ਮਹੱਤਤਾ ਨੂੰ ਨਹੀਂ ਜਾਣ ਸਕੇ। ਉਹਨਾਂ ਦੀ ਆਪਣੀ ਹੀ ਪੜ੍ਹੀ ਵਿਦਿਆ ਉਹਨਾਂ ਦੇ ਕਾਲ ਦਾ ਕਾਰਨ ਬਣ ਗਈ। ਚਾਰ ਬੜੇ ਵਿਦਵਾਨ ਲੋਕ ਤੁਰੇ ਜਾ ਰਹੇ, ਪੜ੍ਹ ਲਿਖ ਕੇ ਆ ਗਏ, ਉਹਨਾਂ ਕੋਲ ਵਿਦਿਆ ਆ ਗਈ। ਰਸਤੇ ਵਿੱਚ ਇੱਕ ਸ਼ੇਰ ਪਿਆ ਹੋਇਆ, ਖੰਡਿਆ ਹੋਇਆ। ਉਹਨਾਂ ਵਿੱਚੋਂ ਇੱਕ ਨੂੰ ਵਿਦਿਆ ਆਉਂਦੀ ਸੀ ਵੀ ਜਿਹੜਾ ਹੱਡੀਆਂ ਦਾ ਢਾਂਚਾ ਉਹਨੂੰ ਇਕੱਠਾ ਕਰਨਾ, ਹੱਡੀਆਂ ਹੀ ਪਈਆਂ ਸੀ, ਉਹਨੂੰ ਇਕੱਠਾ ਕਰਕੇ ਪਿੰਜਰ ਤਿਆਰ ਕਰ ਦੇਣਾ। ਉਹ ਕਹਿੰਦਾ ਆਪਾਂ ਇਹ ਕੰਮ ਕਰਦੇ ਹਾਂ। ਇੱਕ ਨੇ ਉਹ ਪਿੰਜਰਾ ਜਿਹਾ ਉਹਦਾ ਹੱਡੀਆਂ ਦਾ ਇਕੱਠਾ ਕਰਕੇ ਤਿਆਰ ਕੀਤਾ। ਦੂਜੇ ਕੋਲ ਵਿਦਿਆ ਸੀ, ਉਹਦੇ ਵਿੱਚ ਮਾਸ, ਮਿੱਝ, ਉਹ ਚੀਜ਼ਾਂ ਪੈਦਾ ਕਰ ਦੇਣੀਆਂ, ਉਹਦਾ ਮਾਸ ਬਣਾ ਦੇਣਾ। ਉਹਨੇ ਅੰਦਰ ਉਹ ਮਾਸ, ਮਿੱਝ ਪਿਆ ਤਿਆਰ ਕਰ ਦਿੱਤਾ। ਤੀਜੇ ਕੋਲ ਵਿਦਿਆ ਸੀ ਉੱਤੇ ਖੱਲੜੀ ਬਣਾਉਣ ਦੀ, ਉਹਨੇ ਉੱਤੇ ਖੱਲੜੀ ਬਣਾਈ। ਤੇ ਚੌਥੇ ਦੇ ਕੋਲ ਵਿਦਿਆ ਸੀ ਵਿੱਚ ਜਾਨ ਪਾਉਣ ਦੀ। ਚੌਥੇ ਨੇ ਵਿੱਚ ਜਾਨ ਪਾਈ, ਸ਼ੇਰ ਦਹਾੜਿਆ, ਚਾਰਾਂ ਨੂੰ ਖਾ ਗਿਆ, ਚਾਰਾਂ ਨੂੰ ਹੀ ਮਾਰ ਦਿੱਤਾ। ਇਹ ਕਲਪਨਾ ਹੈ, ਵਾਸਤਵਿਕਤਾ ਹੋਵੇ ਕਿ ਨਾ ਹੋਵੇ ਐਸਾ ਦਾਵਾ ਨਹੀਂ ਹੈ, ਪਰ ਸਿਧਾਂਤ ਹੈ ਇਹਦੇ ਵਿੱਚ ਕਿ ਕਈ ਵਾਰ ਆਪਣੀ ਹੀ ਪੜ੍ਹੀ ਹੋਈ ਵਿਦਿਆ ਮਨੁੱਖ ਆਪਣੇ ਹੀ ਕਾਲ ਦਾ ਕਾਰਨ ਬਣਾ ਲੈਂਦਾ। ਉਹਦੇ ਤੋਂ ਲਾਭ ਲੈਣ ਦੀ ਬਜਾਏ ਆਪਣਾ ਨੁਕਸਾਨ ਕਰਦਾ। ਉਹਨਾਂ ਸੱਪਾਂ ਦੇ ਸਮਾਨ ਬਿਰਤੀ ਹੁੰਦੀ ਹੈ ਇਹੋ ਜਿਹੇ ਲੋਕਾਂ ਦੀ, ਜਿਹਦੇ ਕੋਲ ਮਣੀ ਤਾਂ ਸੀਗੀ, ਉਹਨੂੰ ਪੂਰਨਮਾਸ਼ੀ ਦੀ ਰਾਤ ਨੂੰ ਬਾਹਰ ਕੱਢ ਕੇ ਅੰਮ੍ਰਿਤ ਲੈਣ ਦੀ ਬਜਾਏ ਉਹ ਮਣੀ ਮੱਸਿਆ ਦੀ ਰਾਤ ਨੂੰ ਹਨੇਰੇ 'ਚ ਰੱਖ ਕੇ ਉਹਦਾ ਚਾਨਣਾ ਕਰਕੇ ਕੀੜੇ ਖਾ ਰਿਹਾ, ਕੀੜੇ ਮਕੋੜੇ ਪੱਖ ਰਿਹਾ। ਵਿਦਿਆ ਮਣੀ ਹੈ। ਇੱਕ ਸੱਪ ਉਸੇ ਮਣੀ ਨੂੰ ਪੁੰਨਿਆਂ ਦੀ ਰਾਤ ਨੂੰ ਬਾਹਰ ਰੱਖ ਕੇ ਉਹਦੇ ਵਿੱਚੋਂ ਅੰਮ੍ਰਿਤ ਪੀ ਕੇ ਜ਼ਹਿਰ ਸ਼ਾਂਤ ਕਰਦਾ। ਦੂਸਰਾ ਸਰਪ ਉਸੇ ਮਣੀ ਨੂੰ ਹਨੇਰੇ 'ਚ ਰੱਖ ਕੇ ਉਹਦਾ ਚਾਨਣਾ ਕਰਕੇ ਕੀੜੇ ਮਕੋੜੇ ਪੱਖਦਾ। ਬਹੁਤ ਘੱਟ ਲੋਕ ਨੇ ਜਿਹੜੇ ਪੜ੍ਹੀ ਹੋਈ ਵਿਦਿਆ ਤੋਂ ਇਲਮ ਧਾਰਨ ਕਰਕੇ ਆਪਣੇ ਹਿਰਦੇ 'ਚ ਗਿਆਨ ਹਾਸਲ ਕਰਦੇ ਨੇ, ਨਹੀਂ ਤਾਂ ਪੜ੍ਹ ਕੇ ਹੁਜਤਬਾਜ਼ੀ ਕਰਨੀ। ਜਗਤ ਗੁਰੂ ਬਾਬਾ ਜੀ ਦੀ ਪਾਵਨ ਸਾਖੀ ਆਉਂਦੀ ਹੈ, ਜਦੋਂ ਗੁਰਦੇਵ ਮੱਕੇ ਨੂੰ ਜਾ ਰਹੇ ਸਨ ਤੇ ਰਸਤੇ 'ਚ ਮਹਾਰਾਜ ਜੀ ਦੇ ਹੱਥ 'ਚ ਕਿਤਾਬ ਵੇਖ ਕੇ ਪੁੱਛਦੇ ਨੇ, ਮੁੱਲਾ ਕਾਜੀ ਪੜ੍ਹਨੀ ਆਉਂਦੀ ਹੈ? ਉਹਨਾਂ ਆਖਿਆ ਕੁਰਾਨ ਹੈ। ਮਹਾਰਾਜ ਜੀ ਕਹਿੰਦੇ ਤੁਸੀਂ ਕਿਸ ਤਰ੍ਹਾਂ ਦੀ ਪੜ੍ਹਾਈ ਦਾ ਜ਼ਿਕਰ ਕਰਦੇ ਹੋ? ਇੱਕ ਤਾਂ ਹੁੰਦਾ ਪੜ੍ਹ ਕੇ ਵਪਾਰ ਕਰਨਾ, ਪੜ੍ਹ ਕੇ ਵਪਾਰ ਕਰਨਾ। ਦੂਜਾ ਹੁੰਦਾ ਪੜ੍ਹ ਕੇ ਹੁਜਤਬਾਜ਼ੀ ਕਰਨੀ, ਜਾਣ ਬੁੱਝ ਕੇ ਹੁਜਤ ਕਰਨੀ, ਜਾਣ ਬੁੱਝ ਕੇ ਟੋਕਾ ਵੱਢ ਕਰਨੀ, ਜਾਣ ਬੁੱਝ ਕੇ ਵਿਵਾਦ ਪੈਦਾ ਕਰਨਾ। ਵੇਖੋ ਜੀ, ਆਹ ਲਿਖਿਆ ਤੁਹਾਡੇ ਗ੍ਰੰਥਾਂ 'ਚ।
ਤੀਜਾ ਹੁੰਦਾ ਹੈ ਪੜ੍ਹ ਕੇ ਇਲਮ ਨੂੰ ਧਾਰਨ ਕਰਕੇ ਹਿਰਦਾ ਸੰਤੁਸ਼ਟ ਕਰਨਾ। ਕਿਸੇ ਵੀ ਲਿਖੀ ਹੋਈ ਪੁਸਤਕ ਨਾਲ ਅਸੀਂ 100% ਸਹਿਮਤ ਨਹੀਂ ਹੋ ਸਕਦੇ, ਪਰ ਉਹਦੇ 'ਚ ਜੋ ਚੰਗਾ ਲੱਗਦਾ ਹੈ ਉਹਨੂੰ ਗ੍ਰਹਿਣ ਕਰਦੇ ਚਲੇ ਜਾਓ। ਪੰਡਤ ਪੜ੍ਹਦੇ ਨੇ, ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਆ ਪੰਡਤ ਦਾ ਮਤਲਬ ਇੱਥੇ ਵਿਦਵਾਨ ਹੈ। ਇੱਥੇ ਪੰਡਤ ਦਾ ਮਤਲਬ ਪੰਡਤਾਂ ਦੇ ਬਾਹਮਣਾਂ ਦੇ ਘਰੇ ਜੰਮੇ ਨੂੰ ਨਹੀਂ ਕਹਿ ਰਹੇ। ਪੰਡਤ ਮਤਲਬ ਵਿਦਵਾਨ। ਬੜੇ ਬੜੇ ਵਿਦਵਾਨ ਪੜ੍ਹਦੇ ਨੇ, ਪਰ ਉਹ ਪੜ੍ਹ ਕੇ ਵਾਦ ਵਖਾਣਦੇ ਨੇ, ਝਗੜਾ ਕਰਦੇ ਨੇ। ਬਿਨ ਬੂਝੇ ਸੁਖ ਨਾ ਹੋਈ, ਕਿਉਂਕਿ ਜੋ ਪੜ੍ਹਿਆ ਉਹਨੂੰ ਬੁਝਿਆ ਨਹੀਂ ਹੈ। ਜਦੋਂ ਤੱਕ ਬੁੱਝੋਗੇ ਨਹੀਂ, ਸੁਖ ਨਹੀਂ ਹੋਵੇਗਾ। ਗੁਰੂ ਘਰ ਦੇ ਵਿੱਚ ਬੁੱਝਣ ਦੀ ਬਾਤ ਹੈ। ਕੇਵਲ ਪੜ੍ਹਨ ਤੱਕ ਸੀਮਤ ਨਹੀਂ ਰਹਿਣਾ, ਪੜ੍ਹਨ ਤੋਂ ਬਾਅਦ ਬੁੱਝਣਾ ਹੈ ਆਪਣੇ ਸਵੈ ਅੰਤਰਾਤਮੇ। ਤੇ ਜਦੋਂ ਤੱਕ ਬੁੱਝਦੇ ਨਹੀਂ, ਮਹਾਰਾਜ ਜੀ ਕਹਿੰਦੇ, ਉਦੋਂ ਤੱਕ ਸੁਖ ਨਹੀਂ ਹੋ ਸਕਦਾ। ਆਵਣ ਜਾਣਾ ਕਦੇ ਨ ਚੂਕੈ, ਮਾਇਆ ਮੋਹ ਪਿਆਰਾ। ਜਿਨ੍ਹਾਂ ਅੰਦਰ ਕੇਵਲ ਸੰਸਾਰੀ ਮਾਇਆ ਦਾ ਮੋਹ ਤੇ ਪਿਆਰ ਹੈ, ਉਹਨਾਂ ਦਾ ਆਵਣਾ ਜਾਣਾ ਕਦੇ ਨਹੀਂ ਚੁੱਕਦਾ। ਉਹ ਆਉਂਦੇ ਜਾਂਦੇ ਰਹਿੰਦੇ ਨੇ, ਬਾਰ-ਬਾਰ ਜੰਮਦੇ ਤੇ ਮਰਦੇ ਰਹਿੰਦੇ ਹਨ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹੋ ਵਪਾਰਾ। ਮਾਇਆ ਦਾ ਮੋਹ ਜਿਹੜਾ ਸਭ ਦੁੱਖ ਰੂਪ ਹੈ, ਔਰ ਇਹ ਜਿਹੜਾ ਸੰਸਾਰੀ ਵਪਾਰ ਹੈ, ਜਿਹਦੇ ਵਿੱਚ ਝੂਠ ਵਰਤਿਆ ਜਾਏ, ਠੱਗੀ ਦੀ ਬਿਰਤੀ ਰੱਖੀ ਜਾਏ, ਇਹ ਸਾਰੇ ਵਪਾਰ ਖੋਟੇ ਹਨ। ਖੋਟੇ ਖਰੇ ਸਭ ਪਰਖਿਆਨ, ਤਿਤ ਸੱਚੇ ਕੈ ਦਰਬਾਰਾ ਰਾਮ। ਗੱਲਾਂ ਨਾਲ ਤਾਂ ਆਪਾਂ ਸਾਰੇ ਕਹਿੰਦੇ ਆ ਮੈਂ ਬੜਾ ਖਰਾ ਬੰਦਾ, ਗੱਲਾਂ ਨਾਲ ਦੂਜੇ ਨੂੰ ਖੋਟਾ ਸਾਬਤ ਕਰਦੇ, ਆਪ ਖਰੇ ਬਣ ਜਾਂਦੇ ਆ ਜੀ। ਆਪਾਂ ਖਰੀ ਗੱਲ ਕਰਦੇ, ਆਪਾਂ ਨਹੀਂ ਕਿਸੇ ਤਰ੍ਹਾਂ ਦੀ ਕੋਈ ਖੋਟ ਰੱਖੀ ਦੀ। ਮੂੰਹ ਤੋਂ ਆਪਣੇ ਤੋਂ ਹੀ ਕਹਿ ਕੇ ਬਈ ਮੈਂ ਖਰਾ ਹਾਂ, ਫਲਾਣਾ ਖੋਟਾ ਹੈ। ਕਈ ਏਦਾਂ ਵੀ ਮੈਂ ਤਾਂ ਖਰਾ ਖੋਟਾ ਆ ਪੂਰਾ, ਨਾਲੇ ਖਰਾ ਵੀ ਆ ਨਾਲੇ ਖੋਟਾ ਵੀ ਆ। ਪਰ ਅਸਲ ਦੇ ਵਿੱਚ ਖੋਟਾ ਤੇ ਖਰਾ ਕੌਣ ਹੈ, ਇਹ ਤਾਂ ਨਿਰੰਕਾਰ ਦੇ ਦਰਬਾਰ ਵਿੱਚ ਪਰਖਿਆ ਜਾਣਾ। ਉੱਥੇ ਪਰਖ ਹੋਣੀ, ਉੱਥੇ ਸੱਚੋ ਹੀ ਸੱਚ ਨਿਬੜਾ। ਚੁਣ ਵੱਖ ਕੱਢੇ ਜਜਮਾਲਿਆ। ਖਰੇ ਖੋਟੇ ਦੀ ਪਰਖ ਤਾਂ ਨਿਰੰਕਾਰ ਦੀ ਦਰਗਾਹ 'ਚ ਹੋਣੀ ਹੈ। ਇੱਥੇ ਗੱਲਾਂ ਬਾਤਾਂ ਨਾਲ ਜਿਹਨੂੰ ਮਰਜ਼ੀ ਅਸੀਂ ਖਰੇ ਦਾ ਲੈਵਲ ਲਾ ਦਈਏ, ਜਿਹਦੇ ਤੇ ਮਰਜ਼ੀ ਖੋਟੇ ਦਾ ਲੈਵਲ ਲਾ ਦਈਏ। ਜਿਹਨੂੰ ਦੁਨੀਆ ਦੇ ਵਿੱਚ ਤਾਂ ਜਿਹੜਾ ਰੱਜ ਕੇ ਭੱਦਾ ਪੁਰਸ਼ ਹੁੰਦਾ, ਉਹਨੂੰ ਖਰਾ ਕਹਿ ਦਿੱਤਾ ਜਾਂਦਾ। ਲੋਕ ਕਹਿਣ ਲੱਗ ਪੈਣ, ਵਡਿਆਈ ਕਰਨ ਲੱਗ ਪੈਣ, ਤੇ ਰੱਜ ਕੇ ਖਰੇ ਬੰਦਾ ਹੋਵੇ ਉਹਨੂੰ ਖੋਟਾ ਵੀ ਕਹਿਣ ਲੱਗ ਪੈਂਦੇ। ਲੋਕਾਂ ਦੇ ਕਹਿਣ ਨਾਲ ਕੋਈ ਖਰਾ ਖੋਟਾ ਨਹੀਂ ਹੁੰਦਾ। ਖਰੇ ਤੇ ਖੋਟੇ ਦੀ ਪਰਖ ਜਦੋਂ ਨਿਰੰਕਾਰ ਦੇ ਘਰ ਵਿੱਚ ਆਉਣਾ, ਨਿਰੰਕਾਰ ਦੀ ਦਰਗਾਹ ਵਿੱਚ ਜਾਣਾ, ਉੱਥੇ ਹੋਣੀ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਖਰਾ ਤੇ ਖੋਟਾ ਕੌਣ ਹੈ, ਇਹਦਾ ਸਵੈ ਵਿਸ਼ਲੇਸ਼ਣ ਨਹੀਂ ਜਦੋਂ ਤੱਕ ਅਸੀਂ ਕਰਦੇ। ਗੁਰੂ ਕੀ ਹਦੂਦ 'ਚ ਆ ਕੇ, ਗੁਰੂ ਕੀ ਦਰਗਾਹ ਵਿੱਚ ਆ ਕੇ, ਗੁਰੂ ਕੀ ਸੰਗਤ ਵਿੱਚ ਆ ਕੇ ਮੇਰੇ 'ਚ ਕੀ ਖੁਟਿਆਈ ਹੈ, ਆਪਣੇ ਔਗਣ ਨਹੀਂ ਦਿਸਦੇ ਸਾਨੂੰ, ਆਪਣੇ ਗੁਨਾਹ ਨਹੀਂ ਦਿਸਦੇ, ਆਪਣੀਆਂ ਖਾਮੀਆਂ ਨਹੀਂ ਦਿਸਦੀਆਂ, ਉਦੋਂ ਤੱਕ ਗੱਲ ਨਹੀਂ ਜੇ ਬਣਨੀ। ਖੋਟੇ ਤੇ ਖਰੇ ਸਭ ਨਿਰੰਕਾਰ ਦੇ ਘਰ ਵਿੱਚ ਪਰਖੇ ਜਾਂਦੇ ਨੇ। ਦੁਨੀਆ ਵਿੱਚ ਜਿਨ੍ਹਾਂ ਲੋਕਾਂ ਨੂੰ ਬਿਲਕੁਲ ਖੋਟੇ ਕਿਹਾ ਜਾਂਦਾ, ਕਈ ਵਾਰ ਉਹੀ ਰੱਬੀ ਦਰਗਾਹ 'ਚ ਖਰੇ ਹੁੰਦੇ ਨੇ, ਤੇ ਦੁਨੀਆ ਦੇ ਨਿਗਾਹ ਵਿੱਚ ਜਿਨ੍ਹਾਂ ਨੂੰ ਬੜੇ ਖਰੇ ਕਿਹਾ ਜਾਂਦਾ, ਤੇ ਰੱਬੀ ਦਰਗਾਹ 'ਚੋਂ ਖੋਟੇ ਸਾਬਤ ਹੁੰਦੇ ਨੇ। 100 ਸੁਹਾਗਣ ਨੂੰ ਖਰਾ ਕਿਹਾ ਜਾਂਦਾ ਹੈ ਜੀ। 100 ਮਿਲਣ ਆਉਂਦਾ, 100 ਸੁਹਾਗਣ ਨੂੰ ਰੱਬ ਮਿਲਣ ਆਉਂਦਾ। ਬੜਾ ਮੇਲਾ ਲੱਗਦਾ ਹੈ ਪੁੰਨਿਆਂ ਦੀ ਰਾਤ ਨੂੰ। ਰੱਬ ਆਉਂਦਾ ਹੈ ਆਪ ਖੁਦ 100 ਸੁਹਾਗਣ ਨੂੰ ਮਿਲਣ। ਰੱਬ ਦਰਵਾਜ਼ੇ ਤੇ ਆ ਖੜਾ, 100 ਜੀ ਖੋਲੋ ਦਰਵਾਜ਼ਾ। ਦਰਵਾਜ਼ਾ ਕਿੱਥੇ ਖੁੱਲੇ, ਆਖੇ ਜੀ 100 ਆਇਆ ਹੋਇਆ ਮਿਲਣ। ਦੁਨੀਆ ਕਹਿ ਰਹੀ ਹੈ ਖਰਾ ਹੈ, ਖਰਾ ਹੈ, 100 ਸੁਹਾਗਣ ਹੈ,
ਤੇ ਮੇਰੇ ਪਾਤਸ਼ਾਹ ਦਰਵਾਜ਼ੇ ਤੇ ਖਲੋਤੇ, ਕਿਉਂਕਿ ਸਾਹਿਬ ਦੀ ਦਰਗਾਹ ਹੈ, ਸਾਹਿਬ ਦਾ ਦਰਬਾਰ ਹੈ। ਮਹਾਰਾਜ ਜੀ ਪਰਖ ਕੇ ਕਹਿੰਦੇ ਆ, ਮਰਦਾਨਿਆ ਨਾ ਇੱਥੇ ਸਹੁ ਤੇ ਨਾ ਸੁਹਾਗਣ, ਚੱਲ ਚੱਲੀਏ। ਦੁਨੀਆ ਦੀ ਨਿਗਾਹ 'ਚ ਜਿਨ੍ਹਾਂ ਨੂੰ ਖੋਟੇ ਕਿਹਾ ਜਾਂਦਾ, ਹੋ ਸਕਦਾ ਰੱਬੀ ਦਰਗਾਹ ਵਿੱਚ ਖਰਾ ਹੋਵੇ, ਤੇ ਦੁਨੀਆ ਦੀ ਨਿਗਾਹ ਵਿੱਚ ਜਿਸ ਨੂੰ ਖਰਾ ਕਿਹਾ ਜਾਂਦਾ, ਹੋ ਸਕਦਾ ਰੱਬੀ ਨਿਗਾਹ ਵਿੱਚ ਖੋਟਾ ਹੋਵੇ। ਇਸ ਕਰਕੇ ਖੋਟੇ ਤੇ ਖਰੇ ਸਭ ਪਰਖੇ ਜਾਣਗੇ ਤਿਤ ਸੱਚੇ ਦੇ ਦਰਬਾਰ ਦੇ ਵਿੱਚ, ਕਿਉਂਕਿ ਉਹਦਾ ਦਰਬਾਰ ਸੱਚਾ ਹੈ। ਹਰ ਕਾ ਏਕ ਅਚੰਭੋ ਦੇਖਿਆ, ਜੋ ਕਰੇ ਸੋ ਧਰਮ ਨਿਆਏ ਰਾਮ। ਉਹਦੇ ਘਰ ਦਾ ਇਹ ਮਰਿਆਦਾ, ਉਸ ਘਰ ਦੀ ਦਰਬਾਰ ਦੀ ਮਰਿਆਦਾ ਇਹੀ ਹੈ। ਖੋਟੇ ਦਰਗਹ ਸੁੱਟੇ ਅਨ, ਹੂੰ ਭੇ ਕਰਨ ਪੁਕਾਰਾ ਰਾਮ। ਜਿਹੜੇ ਖੋਟੇ ਨੇ ਰੱਬੀ ਦਰਗਾਹ ਚੋਂ ਸੁੱਟ ਦਿੱਤੇ ਜਾਂਦੇ ਆ ਬਾਹਰ, ਨਰਕਾਂ ਦੀ ਅੱਗ ਦੇ ਵਿੱਚ ਸੜਨ ਵਾਸਤੇ। ਉੱਥੇ ਖਲੋਤੇ ਪੁਕਾਰਾਂ ਕਰਦੇ ਨੇ, ਪਰ ਕੋਈ ਉਹਨਾਂ ਦੀਆਂ ਪੁਕਾਰਾਂ ਨਹੀਂ ਸੁਣਦਾ, ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ। ਖੋਟੇ ਰੱਬੀ ਦਰਗਾਹ ਚੋਂ ਸੁੱਟ ਦਿੱਤੇ ਜਾਂਦੇ ਆ ਬਾਹਰ, ਦਰ ਬਦਰ ਜਾ ਕਰਕੇ ਪੁਕਾਰਾਂ ਕਰਦੇ ਨੇ, ਦੁਖੀ ਹੁੰਦੇ ਨੇ, ਪਰ ਉਹਨਾਂ ਦੀ ਕੋਈ ਪੁਕਾਰ ਨਹੀਂ ਸੁਣਦਾ। ਹਾਂਜੀ, ਹੂੰ ਭੇ ਕਰਨ ਪੁਕਾਰਾ ਮੁਗਦ ਗਵਾਰਾ, ਮਨ ਮੁਖ ਜਨਮ ਗਵਾਇਆ। ਉੱਭੇ ਖੜੇ ਹੋਏ ਪੁਕਾਰਾਂ ਕਰਦੇ ਆ ਦੁਖੀ ਹੋ ਕੇ, ਪਰ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ, ਨਾ ਮੂਰਖਾਂ ਤੇ ਗਵਾਰਾਂ ਦੀ। ਉਹਨਾਂ ਮਨਮੁਖਾਂ ਨੇ ਆਪਣਾ ਸਾਰਾ ਜਨਮ ਵਿਅਰਥ ਗਵਾਇਆ, ਤੇ ਜਿਨ੍ਹਾਂ ਮਨਮੁਖਾਂ ਆਪਣਾ ਜਨਮ ਵਿਅਰਥ ਗਵਾਇਆ, ਨਰਕਾਂ 'ਚ ਖਲੋਤੇ ਪੁਕਾਰਾਂ ਕਰਦੇ ਨੇ, ਕੋਈ ਪੁਕਾਰ ਨਹੀਂ ਸੁਣੀ ਜਾਂਦੀ। ਤੈਨੂੰ ਜਨਮ ਦਿੱਤਾ ਸੀ ਮਨੁੱਖੀ, ਮੂਰਖਾ ਗਵਾਰਾ ਨਾ ਸਮਝਾ, ਤੂੰ ਉਹਨੂੰ ਅਜਾਈ ਗਵਾ ਲਿਆ। ਹਾਂਜੀ, ਵਿਖਿਆ ਮਾਇਆ ਜਿਨ ਜਗਤ ਭੁਲਾਇਆ। ਇਹ ਜਿਹੜੀ ਮਾਇਆ ਹੈ, ਜ਼ਹਿਰ ਰੂਪੀ ਮਾਇਆ ਹੈ, ਇਸ ਨੇ ਸਾਰੇ ਜਗਤ ਨੂੰ ਭੁਲਾਇਆ ਹੋਇਆ ਹੈ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਇਹ ਮਾਇਆ ਜ਼ਹਿਰ ਰੂਪ ਹੈ, ਔਰ ਇਸ ਮਾਇਆ ਰੂਪੀ ਜ਼ਹਿਰ ਨੇ ਸਾਰੇ ਜਗਤ ਨੂੰ ਭੁਲਾਇਆ ਹੋਇਆ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਸਾਰੇ ਜਗ ਨੂੰ ਇਹਨੇ ਭੁਲਾਇਆ ਹੋਇਆ ਹੈ। ਸਾਚਾ ਨਾਮ ਨਾ ਪਾਇਆ। ਇਸ ਮਾਇਆ ਦਾ ਭੁਲਾਇਆ ਹੋਇਆ ਜਿਹੜਾ ਮਨੁੱਖ ਹੈ, ਜਿਹੜਾ ਮਾਇਆ ਦੇ ਭੁਲਾਵੜੇ ਭੁੱਲਿਆ ਹੋਇਆ, ਉਹਨੂੰ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਨਹੀਂ ਭਾਉਂਦਾ। ਨਿਰੰਕਾਰ ਦਾ ਸੱਚਾ ਨਾਮ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਉਹ ਕਹਿੰਦੇ ਜੀ ਸਾਡਾ ਕੰਮ ਨਹੀਂ ਨਾਮ ਜਪਣਾ। ਉਹ ਤਾਂ ਨਾਮ ਜਪਣ ਤੇ ਵੀ ਕਿੰਤੂ ਪਰੰਤੂ ਕਰਦੇ ਆ, ਸਿਮਰਨ ਸਾਧਨਾ ਤੇ ਵੀ ਕਿੰਤੂ ਪਰੰਤੂ ਸ਼ੰਕੇ ਕਰਦੇ ਆ। ਉਹਨਾਂ ਨੂੰ ਇਹ ਨਹੀਂ ਭਾਉਂਦਾ, ਇਹ ਨਹੀਂ ਚੰਗਾ ਲੱਗਦਾ, ਜਿਹੜੇ ਜ਼ਹਿਰ ਰੂਪੀ ਮਾਇਆ ਦੇ ਭਰਮ ਭੁਲੇਖੇ ਵਿੱਚ ਪਏ ਭੁੱਲੇ ਫਿਰਦੇ ਹਨ। ਮਨ ਮੁਖ ਸੰਤਾਂ ਨਾਲ ਵੈਰ ਕਰ, ਦੁੱਖ ਖੱਟੇ ਸੰਸਾਰਾ। ਮਨਮੁਖ ਜਿਹੜੇ ਨੇ ਉਹ ਸੰਤਾਂ ਨਾਲ ਵੈਰ ਕਮਾਉਂਦੇ ਨੇ, ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਸਾਧੂਆਂ ਨਾਲ ਵੈਰ ਉਹਨਾਂ ਦੀ ਵਿਰਤੀ ਹੈ। ਉਹਨਾਂ ਸੰਤ ਜਨਾਂ ਨਾਲ ਵੈਰ ਦੀ ਬਿਰਤੀ ਰੱਖਣੀ, ਕਿਉਂਕਿ ਜੋ ਉਹਨਾਂ ਦੀ ਬਿਰਤੀ ਉਹਦੇ ਮੁਤਾਬਕ ਸੰਤਾਂ ਵਿੱਚੋਂ ਉਹਨਾਂ ਨੂੰ ਕੁਝ ਮਿਲਦਾ ਨਹੀਂ। ਇਸ ਕਰਕੇ ਵੈਰ ਕਿੱਥੇ ਪੈਂਦਾ? ਜਿਹਦੇ ਕੋਲੋਂ ਸਾਡੀ ਮਨਸਾ ਪੂਰੀ ਨਾ ਹੋਵੇ, ਜੋ ਅਸੀਂ ਚਾਹੁੰਦੇ ਉਹਦੇ ਕੋਲੋਂ ਨਾ ਮਿਲੇ, ਇਨਕਾਰ ਹੋ ਜਾਏ, ਤੇ ਉੱਥੇ ਵੈਰ ਬਣ ਜਾਂਦਾ। ਮਨਮੁੱਖਾਂ ਦੀ ਪ੍ਰਵਿਰਤੀ ਮੁਤਾਬਕ ਜੋ ਉਹਨਾਂ ਅੰਦਰ ਹੈ, ਉਹ ਸੰਤਾਂ ਵਿੱਚੋਂ ਉਹਨਾਂ ਨੂੰ ਨਹੀਂ ਦਿਸਦਾ। ਇਸ ਕਰਕੇ ਉਹਨਾਂ ਦੇ ਵੈਰੀ ਬਣ ਬੈਠਦੇ ਨੇ। ਮਨਮੁਖ ਲੋਕ ਸੰਤਾਂ ਨਾਲ ਵੈਰ ਕਮਾਉਂਦੇ ਨੇ, ਔਰ ਇਸ ਸੰਸਾਰ ਦੇ ਵਿੱਚ ਉਹਨਾਂ ਨੂੰ ਦੁੱਖ ਹੀ ਖੱਟਣੇ ਪੈਂਦੇ। ਬਾਬੇ ਪ੍ਰਿਥੀ ਚੰਦ ਨੇ ਗੁਰੂ ਅਰਜਨ ਸਾਹਿਬ ਨਾਲ ਸਾਰੀ ਜ਼ਿੰਦਗੀ ਵੈਰ ਹੀ ਖੱਟੇ।
ਤੇ ਵੈਰ ਖੱਟਣ ਵਾਲੇ ਜਿਹੜੇ ਲੋਕ ਨੇ ਉਹ ਇਹ ਸੰਸਾਰ ਵਿੱਚ ਸੰਤਾਂ ਨਾਲ ਵੈਰ ਨਹੀਂ ਪਏ ਖੱਟਦੇ, ਸਗੋਂ ਆਪਣੇ ਲਈ ਦੁੱਖ ਖੱਟ ਰਹੇ ਨੇ, ਦੁੱਖ ਵਿਹਾਜ ਰਹੇ ਨੇ। ਹਾਂਜੀ, ਖੋਟੇ ਖਰੇ ਪਰਖੇ ਅਨ ਤਿਤ ਸੱਚੈ ਦਰਬਾਰਾ ਰਾਮ। ਸੱਚੇ ਦੇ ਦਰਬਾਰ ਦੇ ਵਿੱਚ ਖੋਟੇ ਤੇ ਖਰੇ ਦੋਵੇਂ ਪਰਖੇ ਜਾਂਦੇ ਨੇ। ਕਈ ਵਾਰ ਉਸ ਦੀ ਦਰਗਾਹ ਵਿੱਚ ਜੇ ਸਾਹਿਬ ਨੂੰ ਭਾ ਜਾਵੇ ਤੇ ਖੋਟਿਆਂ ਨੂੰ ਖਰੇ ਕਰਦਿਆਂ ਵੀ ਦੇਰੀ ਨਹੀਂ ਲਾਉਂਦਾ। ਸਤਿਗੁਰ ਖੋਟਿਓਂ ਖਰੇ ਕਰੇ, ਸਾਹਿਬ ਨੂੰ ਭਾ ਜਾਵੇ ਤੇ ਖੋਟਿਆਂ ਨੂੰ ਖਰੇ ਕਰ ਦਿੰਦਾ। ਇਸ ਕਰਕੇ ਸੱਚੇ ਦੀ ਦਰਗਾਹ ਦੇ ਉੱਤੇ ਹੈ ਸਾਰਾ ਫੈਸਲਾ, ਸੱਚੇ ਦੇ ਦਰਬਾਰ ਦੇ ਵਿੱਚ ਹੈ ਸਾਰਾ ਫੈਸਲਾ। ਉੱਥੇ ਹੀ ਖੋਟੇ ਤੇ ਖਰੇ ਪਰਖੇ ਜਾਣੇ ਹਨ। ਆਪ ਕਰੇ ਕਿਸ ਆਖੀਐ ਹੋਰ ਕਰਨ ਕਿਛੁ ਨ ਜਾਏ ਰਾਮ। ਜੇ ਉਹ ਆਪ ਹੀ ਕਰ ਰਿਹਾ ਹੈ ਤੇ ਫਿਰ ਕਿਸੇ ਦੂਜੇ ਨੂੰ ਕੀ ਆਖੀਏ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੋ ਆਪ ਹੀ ਕਰ ਰਿਹਾ ਉਹਨੂੰ ਪਤਾ ਮੈਂ ਕੀਤਾ, ਤੇ ਜਿਹਨੂੰ ਪਤਾ ਵੀ ਮੈਂ ਕੀਤਾ ਉਸ ਨੂੰ ਕਿਵੇਂ ਆਖੀਏ ਮਹਾਰਾਜ ਕਿਉਂ ਨਹੀਂ ਕੀਤਾ ਤੇ ਆ ਕਿਵੇਂ ਕੀਤਾ? ਉਸ ਨੂੰ ਕਿਵੇਂ ਆਖੀਏ? ਜਦੋਂ ਆਪ ਹੀ ਸਭ ਕੁਝ ਕਰ ਰਿਹਾ ਤੇ ਫਿਰ ਕਿਸ ਨੂੰ ਆਖੀ? ਪਤਾ ਹੀ ਹੈ ਮੈਂ ਕੀਤਾ। ਜਿਸ ਨੇ ਜੋ ਕੀਤਾ ਹੁੰਦਾ ਉਹਨੂੰ ਵੱਧ ਪਤਾ ਹੁੰਦਾ ਵੀ ਕਿਵੇਂ ਕੀਤਾ, ਕਿਵੇਂ ਬਣਾਇਆ। ਅਸੀਂ ਕਿਵੇਂ ਆਖੀ? ਅਸੀਂ ਤਾਂ ਉਹਦੇ ਖੁਦ ਕੀਤੇ ਹੋਏ ਆ, ਅਸੀਂ ਬਾਅਦ ਵਿੱਚ ਪੈਦਾ ਹੋਏ ਆ, ਉਹਨੇ ਸਾਨੂੰ ਬਾਅਦ ਵਿੱਚ ਪੈਦਾ ਕੀਤਾ। ਅਸੀਂ ਕਿਵੇਂ ਕਹੀਏ ਆਪਣੇ ਪਿਤਾ ਬਾਰੇ? ਜੇ ਉਹ ਆਪ ਹੀ ਕਰ ਰਿਹਾ ਤਾਂ ਫਿਰ ਕਿਸ ਨੂੰ ਆਖੀਏ? ਹੋਰ ਕਰਨਾ ਕਿਛੂ ਨਾ ਜਾਈ ਰਾਮ। ਕਿਸੇ ਹੋਰ ਕੋਲੋਂ ਕੁਝ ਕੀਤਾ ਜਾ ਹੀ ਨਹੀਂ ਸਕਦਾ। ਕੋਈ ਦੂਜਾ ਕਰਨ ਵਾਲਾ ਹੋਵੇ ਤੇ ਉਹਨੂੰ ਕਹੀਏ ਸੱਜਣਾ ਤੂੰ ਕਰ ਦੇ, ਉਹਦੇ ਬਿਨਾਂ ਕੋਈ ਦੂਜਾ ਕਰਤਾ ਹੈ ਹੀ ਨਹੀਂ, ਤੇ ਫਿਰ ਕਿਸ ਨੂੰ ਆਖੀਏ, ਕਿਸ ਨੂੰ ਕਹੀਏ? ਇਸ ਕਰਕੇ ਜੋ ਆਖਣਾ ਉਸੇ ਨੂੰ ਆਖੀਏ, ਚਰਨਾਂ ਵਿੱਚ ਬੇਨਤੀ ਕਰਕੇ ਮਹਾਰਾਜ ਤੁਹਾਡਿਆਂ ਚਰਨਾਂ 'ਚ ਜੋਦੜੀ ਹੈ। ਜਿਤ ਭਾਵੈ ਤਿਤ ਲਾਇ ਸੇ ਜਿਉ ਤਿਸ ਦੀ ਵਡਿਆਈ ਰਾਮ। ਜਿੱਧਰ ਭਾਉਂਦਾ ਹੈ ਪਰਮੇਸ਼ਰ ਤਿਸ ਜੀਵ ਨੂੰ ਤਿਸੇ ਪਾਸੇ ਲਾਉਂਦਾ ਹੈ। ਜਿਤ ਭਾਵੈ ਤਿਤ ਲਾਇ ਸੀ। ਉਹਦੇ ਜਿਸ ਦੀ ਵਡਿਆਈ ਹੈ ਪ੍ਰਮਾਤਮਾ ਦੀ, ਉਹਨੇ ਜਿਸ ਨੂੰ ਜਿਸ ਪ੍ਰਕਾਰ ਨਾਲ ਵਡਿਆਈ ਦੇਣੀ ਉਹਨੂੰ ਮਿਲਣੀ। ਜਿੱਧਰ ਜੀਵਾਂ ਨੂੰ ਲਾਉਣਾ ਜੀਵਾਂ ਨੇ ਉਸੇ ਪਾਸੇ ਲੱਗਣਾ ਹੈ। ਜਿਉ ਤਿਸ ਦੀ ਵਡਿਆਈ ਆਪ ਕਰਾਏ ਵਰਿਆਮ ਨ ਫੂਸੇ ਕੋਏ। ਜਿਵੇਂ ਤਿਸ ਦੀ ਵਡਿਆਈ ਹੈ ਵਾਹਿਗੁਰੂ ਨੇ ਆਪ ਹੀ ਕਰਾਉਣੀ। ਨਹੀਂ ਕਿਹਾ ਜਾ ਸਕਦਾ ਵੀ ਇਹ ਵਰਿਆਮ ਸੂਰਮਾ ਤੇ ਫੂਸੀ ਕਹਿੰਦੇ ਨੇ ਕਾਇਰ ਤੇ ਗੀਦੀ ਨੂੰ, ਬੁਗਦਲ ਨੂੰ, ਵੀ ਇਹ ਸੂਰਮਾ ਤੇ ਕਾਇਰ ਹੈ। ਇਹ ਨਹੀਂ ਕਿਹਾ ਜਾ ਸਕਦਾ। ਪਰਮੇਸ਼ਰ ਦੀ ਵਡਿਆਈ ਜਿਸ ਨੂੰ ਉਹਨੇ ਦੇਣੀ ਉਹਨੂੰ ਮਿਲ ਜਾਣੀ। ਹਾਂਜੀ, ਜਗ ਜੀਵਨ ਦਾਤਾ ਕਰਮ ਵਿਧਾਤਾ। ਉਹ ਸਾਰੇ ਜਗਤ ਦਾ ਜੀਵਨ ਹੈ, ਸਾਰੇ ਸੰਸਾਰ ਦਾ ਜੀਵਨ ਹੈ, ਔਰ ਸਾਰੇ ਸੰਸਾਰ ਦੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ। ਕਰਮ ਫਲ ਵਰਦਾਤਾ ਕਰਮ ਵਿਧਾਤਾ ਹੈ। ਆਪੇ ਬਖਸ਼ੇ ਸੋਏ। ਆਪ ਜਿਨ੍ਹਾਂ ਤੇ ਤਰਸ ਕਰਕੇ ਜਿਨ੍ਹਾਂ ਨੂੰ ਬਖਸ਼ਦਾ ਉਹ ਬਖਸ਼ੇ ਜਾਂਦੇ ਹਨ। ਜਿਨ੍ਹਾਂ ਨੂੰ ਬਖਸ਼ਦਾ ਉਹ ਵਾਹਿਗੁਰੂ ਪਰਮੇਸ਼ਰ ਦੇ ਤਰਸ ਨਾਲ ਬਖਸ਼ੇ ਜਾਂਦੇ ਨੇ, ਜਿਹੜੇ ਉਹਦੀ ਪਨਾਹ 'ਚ ਪੈਂਦੇ ਨੇ, ਉਹਦੀ ਸ਼ਰਨ 'ਚ ਪੈਂਦੇ ਹਨ। ਗੁਰ ਪ੍ਰਸਾਦੇ ਆਪ ਗਵਾਈਐ ਨਾਨਕ ਨਾਮ ਪਤ ਪਾਏ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਣਾ ਆਪਾ ਭਾਵ ਗਵਾ ਦਿੱਤਾ ਹੈ, ਆਪਣੀ ਮੈਂ ਮੇਰੀ ਨੂੰ ਮਿਟਾ ਦਿੱਤਾ ਗੁਰੂ ਕਿਰਪਾ ਨਾਲ। ਗੁਰੂ ਪਾਤਸ਼ਾਹ ਕਿਰਪਾ ਕਰਨ ਤਾਂ ਹੀ ਹਿਰਦੇ ਚੋਂ ਮੈਂ ਮੇਰੀ ਦੀ ਬਿਰਤੀ ਮਿਟਦੀ, ਨਹੀਂ ਤਾਂ ਹੰਕਾਰ ਤਾਂ ਸੁਤੇ ਸਿੱਧੀ ਹਿਰਦੇ 'ਚ ਉਤਪੰਨ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਆਪਣਾ ਆਪ ਗਵਾ ਦਿੱਤਾ ਹੈ, ਆਪਣੀ ਮੈਂ ਮੇਰੀ ਨੂੰ ਖਤਮ ਕਰ ਦਿੱਤਾ ਹੈ, ਧੰਨ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਉਹ ਪਰਮੇਸ਼ਰ ਦੇ ਨਾਮ ਦੁਆਰਾ
इस लोक ਵਿੱਚ भी और अगे परलोक ਵਿੱਚ भी पत प्राप्त करते हैं, इज्जत प्राप्त करते हैं। नानक नाम पत पाई, परमेश्वर के नाम द्वारा वो पत हासिल करते हैं, इज्जत उन्होंने प्राप्त होंगी। लोक परलोक दोवां जहानां विच उन्हां दा सत्कार हुंदा है, उन्हां दी शोभा उजागर हुंदी है ਜਿਹੜੇ परमेश्वर ਦੇ नाम की आराधना करते हैं। आप करे किस आखिए होर करण किछु न जाए। जो आप ही कर करा रहा है, कोई दूजा है ही नहीं, तो फिर किसनों कहिए, किसनों कहिए नानका। सब किछ आपे आप, फिर किसनों आखिए जदों आप ही आप है। कोई होर दूजा करन वाला है ही नहीं, तो फिर किसनों कहिए, किसनों आखिए। इस करके उसे दे चरनां विच बेनती है, उसे दे चरनां विच अरजोई है, महाराज किरपा करो। जगत जलंदा रख लै, जगत जलंदा रख लै। जगत जलंदा रख लै, जगत जलंदा रख लै। अपनी किरपा धार, अपनी किरपा धार। जित द्वारा उबरै, जित द्वारा उबरै। तितै लहो उबार, तितै लहो उबार। वाहिगुरु वाहिगुरु, वाहिगुरु वाहिगुरु। वाहिगुरु वाहिगुरु, वाहिगुरु वाहिगुरु। वाहिगुरु वाहिगुरु, वाहिगुरु वाहिगुरु।